Hello students, today we will study lesson chemistry in everyday life। इस lesson ਦੇ ਵਿੱਚੋਂ ਬੇਟੇ ਆਪਾਂ ਨੂੰ 3 ਨੰਬਰ ਦਾ ਪੇਪਰ ਆਏਗਾ ਬੋਰਡ ਦੇ ਐਗਜ਼ਾਮ 'ਚ ਤੁਹਾਡੇ ਟਰਮ 2 'ਚ। ਇੱਕ ਕੁਐਸਚਨ ਹੋਏਗਾ 1 ਮਾਰਕ ਦਾ ਔਰ ਇੱਕ ਕੁਐਸਚਨ ਹੋਏਗਾ 2 ਮਾਰਕਸ ਦਾ। ਜਿਸ ਤਰ੍ਹਾਂ ਕਿ ਲੈਸਨ ਦਾ ਨਾਮ ਆ ਕੈਮਿਸਟਰੀ ਇਨ ਐਵਰੀਡੇ ਲਾਈਫ, ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੈਮੀਕਲ ਕੰਪਾਊਂਡਸ ਕਿਸ ਤਰ੍ਹਾਂ ਰਿਲੇਟਡ ਨੇ। ਜਿਵੇਂ ਕਿ ਅਸੀਂ ਡੇਲੀ ਖਾਣਾ ਖਾਂਦੇ ਹਾਂ ਜਾਂ ਕੋਈ ਫਰੂਟ ਖਾਂਦੇ ਹਾਂ, ਜੂਸ ਪੀਂਦੇ ਹਾਂ, ਕੱਪੜੇ ਪਹਿਨਦੇ ਹਾਂ, ਪਾਣੀ ਪੀਂਦੇ ਹਾਂ, ਜਾਂ ਅਸੀਂ ਫਰਨੀਚਰ ਦੀ ਘਰ 'ਚ ਵਰਤੋਂ ਹੁੰਦੀ ਆ, ਲੱਕੜ ਦੀ ਕਿਤੇ ਵਰਤੋਂ ਹੁੰਦੀ ਆ, ਪੇਪਰ ਯੂਜ਼ ਕਰਦੇ ਹਾਂ, ਅਸੀਂ ਡੇਲੀ ਲਿਖਦੇ ਹਾਂ, ਨੋਟਸ ਵਗੈਰਾ ਬਣਾਉਂਦੇ ਹਾਂ ਉਹਨਾਂ ਦੇ ਉੱਤੇ। ਇਹ ਸਾਰੇ ਦੇ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਨੈਕਟਡ ਨੇ ਕੈਮੀਕਲ ਕੰਪਾਊਂਡਸ ਦੇ ਨਾਲ, ਪਰ ਅਸੀਂ ਕਦੇ ਵੀ ਇਸ ਨਜ਼ਰੀਏ ਦੇ ਨਾਲ ਇਹਨਾਂ ਚੀਜ਼ਾਂ ਨੂੰ ਦੇਖਿਆ ਨਹੀਂ, ਕਿਉਂਕਿ ਅਸੀਂ ਇਹਦੇ ਬਾਰੇ ਹਾਲੇ ਤੱਕ ਪੜ੍ਹਿਆ ਹੀ ਨਹੀਂ ਸੀ। ਹੁਣ ਅੱਜ ਆਪਾਂ ਪੜ੍ਹ ਰਹੇ ਹਾਂ ਅਤੇ ਹੁਣ ਤੁਸੀਂ, ਮੈਨੂੰ ਉਮੀਦ ਆ ਵੀ ਜ਼ਰੂਰ ਤੁਸੀਂ ਹਰ ਇੱਕ ਇਸ ਚੀਜ਼ ਨੂੰ, ਡੇਲੀ ਦੀ ਰੂਟੀਨ ਵਾਲੀ ਚੀਜ਼ ਨੂੰ ਬਰਸ਼ ਕਰਦੇ ਹਾਂ, ਪੇਸਟ ਕਰਦੇ ਹਾਂ, ਸਾਬਣ ਦਾ ਯੂਜ਼ ਕਰਦੇ ਹਾਂ, ਆਪਾਂ ਸੋਪ ਦਾ ਯੂਜ਼ ਕਰਦੇ ਹਾਂ, ਡਿਟਰਜੈਂਟ ਦਾ ਯੂਜ਼ ਕਰਦੇ ਹਾਂ। ਹੁਣ ਤੁਸੀਂ ਇਸ ਹਰ ਚੀਜ਼ ਨੂੰ ਇਸ ਨਜ਼ਰੀਏ ਨਾਲ ਦੇਖੋਗੇ ਜਿਹੜਾ ਕਿ ਤੁਸੀਂ ਹੁਣ ਲੈਸਨ ਪੜ੍ਹ ਰਹੇ ਹੋ, ਕੈਮਿਸਟਰੀ ਇਨ ਐਵਰੀਡੇ ਲਾਈਫ। ਇਹ ਬਹੁਤ ਵੱਡਾ ਇੱਕ ਲੈਸਨ ਆ, ਪਰ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਵਰ ਹੁੰਦੀਆਂ ਨੇ। ਪਰ ਇਸ ਲੈਸਨ ਦੇ ਵਿੱਚ ਅਸੀਂ ਸਿਰਫ ਪੜ੍ਹਾਂਗੇ ਡਰੱਗਸ, ਕੈਮੀਕਲਸ ਇਨ ਫੂਡ ਐਂਡ ਕਲੀਨਜ਼ਿੰਗ ਏਜੰਟਸ ਦੇ ਬਾਰੇ ਦੇ ਵਿੱਚ ਪੜ੍ਹਾਂਗੇ। ਹੁਣ ਡਰੱਗ ਸਟੋਰ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ, ਮੈਡੀਕਲ ਸਟੋਰ, ਵਨ ਐਂਡ ਦਾ ਸੇਮ ਥਿੰਗ। ਇਹਦੇ ਵਿੱਚ ਡਰੱਗਸ ਦੇ ਵਿੱਚ ਅੱਗੋਂ ਆਪਾਂ ਟਾਈਪਸ ਨੇ, ਅੱਗੋਂ 11 ਟਾਈਪਸ ਨੇ ਇਹਦੇ ਵਿੱਚ, ਤੁਹਾਡੀ ਬੁੱਕ ਦੇ ਵਿੱਚ ਹੀ ਨੇ। ਉਹਨਾਂ ਨੂੰ ਮੈਂ ਸਮਰਾਈਜ਼ ਕੀਤਾ ਬੇਟੇ, ਔਰ ਇਹ ਬਹੁਤ ਇੰਪੋਰਟੈਂਟ ਨੇ। ਇਹਨਾਂ ਦੇ ਵਿੱਚ ਰੈੱਡ ਕਲਰ ਦੇ ਨਾਲ ਜਿਹੜੇ ਮੈਂ ਲਿਖੇ ਨੇ ਇਹ ਇਹਨਾਂ ਦੀਆਂ ਐਗਜ਼ਾਮਪਲਸ ਨੇ, ਔਰ ਐਰੋ ਪਾ ਕੇ ਜਿਹੜੇ ਮੈਂ ਲਿਖੇ ਨੇ ਉਹ ਬਰੀਫ ਦੇ ਵਿੱਚ ਇਹਨਾਂ ਦਾ ਐਕਸ਼ਨ ਦੱਸਿਆ ਹੋਇਆ ਕਿ ਇਹ ਵਾਲੀਆਂ ਡਰੱਗਸ ਦਾ ਕੀ ਐਕਸ਼ਨ ਆ। ਫਸਟ ਆਪਾਂ ਕਰਦੇ ਹਾਂ ਐਂਟੀਬਾਇਓਟਿਕਸ। ਕੀ ਕਰਦੀਆਂ ਹੈ? ਲੋਅਰ ਦਾ ਟੈਂਪਰੇਚਰ। ਐਗਜ਼ਾਮਪਲ ਕੀ ਹੈ? ਪੈਰਾਸੀਟਾਮੋਲ, ਐਸਪਿਰਿਨ। ਨੈਕਸਟ ਹੈ ਨਿਊਰੋਲੋਜੀਕਲੀ ਐਕਟਿਵ ਡਰੱਗਸ। ਇਹ ਅੱਗੋਂ 2 ਟਾਈਪਸ ਦੇ ਨੇ, ਇੱਕ ਹੈਗਾ ਐਨਲਜੈਸਿਕਸ, ਇੱਕ ਹੈਗਾ ਟ੍ਰੈਂਕੁਲਾਈਜ਼ਰਸ। ਐਨਲਜੈਸਿਕਸ ਕੀ ਕਰਦੇ ਨੇ? ਰਿਲੀਫ ਪੇਨ, ਕਿਸੇ ਤਰ੍ਹਾਂ ਦਾ ਕੋਈ ਵੀ ਦਰਦ ਹੁੰਦਾ ਹੋਵੇ, ਮਸਲ ਪੇਨ ਹੋਵੇ ਜਾਂ ਜੁਆਇੰਟ ਪੇਨ ਹੋਵੇ ਕੋਈ ਵੀ, ਉਹਦੇ ਵਾਸਤੇ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਇਹ ਅੱਗੋਂ 2 ਟਾਈਪਸ ਦੇ ਨੇ, ਨॉन ਨੈਰਕੋਟਿਕ ਡਰੱਗਸ ਐਂਡ ਨੈਰਕੋਟਿਕ ਡਰੱਗਸ। ਨॉन ਨੈਰਕੋਟਿਕ ਡਰੱਗਸ ਕਿਹੜੇ ਨੇ? ਨॉन ਐਡਿਕਟਿਵ। ਨॉन ਐਡਿਕਟਿਵ ਆਪਾਂ ਹੁਣ ਕਿਹਨੂੰ ਕਹਿ ਦਿੰਦੇ ਹਾਂ ਵੀ ਜਿਹੜੇ ਕੀ ਕਰਦੇ ਨੇ, ਰਿਡਿਊਸ ਆਰ ਰਿਲੀਫ ਪੇਨਸ ਵਿਦਾਊਟ ਕਾਜ਼ਿੰਗ ਇੰਪੇਅਰਮੈਂਟ ਟੂ ਕੌਨਸ਼ੀਅਸਨੈਸ ਨੂੰ ਕੁਛ ਨਹੀਂ ਹੋਏਗਾ, ਮੈਂਟਲ ਕਨਫਿਊਜ਼ਨ ਨਹੀਂ ਹੋਏਗੀ, ਅਤੇ ਇਨਕੋਆਰਡੀਨੇਸ਼ਨ ਦੀ ਕੋਈ ਪ੍ਰੋਬਲਮ ਨਹੀਂ ਆਏਗੀ। ਕੋਈ ਵੀ ਮਤਲਬ ਕੋਆਰਡੀਨੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਇਨਕੋਆਰਡੀਨੇਸ਼ਨ ਨਹੀਂ ਹੋਏਗੀ। ਇਹਦੀ ਐਗਜ਼ਾਮਪਲ ਕੀ ਹੈ? ਐਸਪਿਰਿਨ, ਨੈਪਰੋਕਸਿਨ। ਨੈਕਸਟ ਹੈਗਾ ਨੈਰਕੋਟਿਕ ਡਰੱਗਸ। ਇਹ ਅਡਿਕਟਿਵ ਡਰੱਗਸ ਨੇ। ਇਹਦੀ ਐਗਜ਼ਾਮਪਲ ਕੀ ਹੈ? ਹੈਰੋਇਨ ਐਂਡ ਮੋਰਫਿਨ। ਇਹ ਉਹ ਵਾਲੀਆਂ ਡਰੱਗਸ ਨੇ which when administered in small doses relieve pains and produce sleep। ਇਹਦੇ ਨਾਲ ਅਨਕੌਂਸ਼ੀਅਸਨੈਸ ਵੀ ਹੋ ਜਾਂਦਾ, ਸਲੀਪ ਵੀ ਹੋ ਜਾਂਦੀ ਹੈ, ਮੈਂਟਲ ਕਨਫਿਊਜ਼ਨ ਵੀ ਹੋ ਸਕਦੀ ਹੈਗੀ, ਅਤੇ ਕੋਆਰਡੀਨੇਸ਼ਨ ਦੇ ਵਿੱਚ ਵੀ ਪ੍ਰੋਬਲਮ ਆ ਸਕਦੀ ਹੈਗੀ। ਇਹ ਉਹ ਵਾਲੀਆਂ ਦਵਾਈਆਂ ਨੇ ਐਡਿਕਟਿਵ ਜਿਹੜੀਆਂ ਹੁੰਦੀਆਂ ਨੇ। ਐਗਜ਼ਾਮਪਲ ਹੈਰੋਇਨ ਐਂਡ ਮੋਰਫਿਨ। ਨੈਕਸਟ ਹੈਗਾ ਟ੍ਰੈਂਕੁਲਾਈਜ਼ਰਸ। ਇਹ ਕਾਹਦੇ ਵਾਸਤੇ ਯੂਜ਼ ਹੁੰਦੀਆਂ ਨੇ? ਫਾਰ ਸਟ੍ਰੈਸ ਜਾਂ ਮੈਂਟਲ ਡਿਜ਼ੀਜ਼ਸ ਦੇ ਵਾਸਤੇ। ਐਗਜ਼ਾਮਪਲ ਇਹਦੀ ਹੈਗੀ ਨੌਰ ਐਡਰੀਨਾਲਾਈਨ ਐਂਡ ਫੈਨਲਜ਼ਾਈਨ। ਨੈਕਸਟ ਜਿਹੜਾ 3, 4, 5 ਅਤੇ 6 ਵਾਲਾ ਜਿਹੜਾ ਪੁਆਇੰਟ ਆ, ਇਹਨੂੰ ਦੇਖੋ ਮੈਂ ਇਸ ਤਰ੍ਹਾਂ ਪੈਨਸਿਲ ਦੇ ਨਾਲ ਇਕੱਠਾ ਕੀਤਾ ਹੋਇਆ। ਇਹ ਸਾਰੀਆਂ ਨੇ ਜਿਹੜੀਆਂ ਮਾਈਕਰੋ ਆਰਗੈਨਿਜ਼ਮਸ ਨੂੰ ਕਿਲ ਕਰਨ ਲਈ ਜਾਂ ਉਹਨਾਂ ਦੀ ਗਰੋਥ ਨੂੰ ਇਨਹਿਬਿਟ ਕਰਨ ਲਈ, ਮਤਲਬ ਰੋਕਣ ਦੇ ਵਾਸਤੇ ਯੂਜ਼ ਕੀਤੇ ਜਾਂਦੇ ਨੇ। ਐਂਟੀ ਮਾਈਕਰੋਬੀਅਲਸ ਕਿਹੜੇ ਨੇ? ਕਿਉਰ ਡਿਜ਼ੀਜ਼ਸ ਕਾਜ਼ਡ ਬਾਈ ਮਾਈਕਰੋ ਆਰਗੈਨਿਜ਼ਮਸ। ਹੁਣ ਕਿਹੜੇ ਮਾਈਕਰੋ ਆਰਗੈਨਿਜ਼ਮਸ ਨੇ ਇਹ? ਬੈਕਟੀਰੀਆ ਵੀ ਹੋ ਸਕਦਾ, ਵਾਇਰਸ ਹੋ ਸਕਦਾ, ਜਾਂ ਫੰਗੀ ਹੋ ਸਕਦੀ ਹੈ। ਫੰਗੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ, ਕਈ ਵਾਰ ਨੇਲਸ, ਕਈਆਂ ਦੇ ਨੇਲਸ ਨੇ ਨਾ ਜਿਹੜੇ ਸਾਈਡਾਂ ਤੋਂ ਬਲੈਕ ਹੋਣੇ ਸ਼ੁਰੂ ਹੋ ਜਾਂਦੇ, ਆਪਾਂ ਕਹਿੰਦੇ ਫੰਗਸ। ਡਾਕਟਰ ਕਹਿੰਦਾ ਫੰਗਸ ਲੱਗ ਗਈ ਜੀ ਇਹਨੂੰ, ਤਾਂ ਉੱਲੀ ਲੱਗ ਗਈ, ਅਤੇ ਆਪਾਂ ਨੂੰ ਬੜੀ ਹਾਸੋਹੀਣੀ ਸੀ ਗੱਲ ਲੱਗਦੀ ਹੈ, ਫਿਰ ਉਹ ਵੀ ਨੋਹਾਂ ਨੂੰ ਉੱਲੀ ਲੱਗ ਗਈ। ਇਹ ਫੰਗਸ ਲੱਗ ਜਾਂਦੀ ਹੈ, ਫੰਗੀਸਾਈਡ ਉਹਦੇ ਲਈ ਫਿਰ ਯੂਜ਼ ਕੀਤੇ ਜਾਂਦੇ ਨੇ। ਇਹ ਸਾਰੇ ਐਂਟੀ ਮਾਈਕਰੋਬੀਅਲਸ ਨੇ। ਐਗਜ਼ਾਮਪਲ ਇਹਦੀ ਦਿੱਤੀ ਹੋਈ ਹੈਗੀ ਸਲਫੋਨੇਮਾਈਡਸ ਐਂਡ ਸਲਫਾਪਾਈਰੀਡੀਨ। ਨੈਕਸਟ ਹੈਗਾ ਐਂਟੀਬਾਇਓਟਿਕਸ। ਐਂਟੀਬਾਇਓਟਿਕਸ ਦੇ ਵਿੱਚ ਕਿਹੜੀਆਂ? ਜਿਹੜੀਆਂ ਬੈਕਟੀਰੀਆ ਨੂੰ ਕਿਲ ਕਰਦੀਆਂ ਨੇ,
ਜਾਂ ਉਸ ਦੀ ਗਰੋਥ ਨੂੰ ਇਨਹਿਬਿਟ ਕਰਦੀਆਂ ਨੇ। ਇਹ ਵਾਲੀਆਂ ਜਿਹੜੀਆਂ ਮੈਡੀਸਨਸ ਨੇ ਦੇ ਆਰ ਪ੍ਰੋਡਿਊਸਡ ਬਾਈ ਮਾਈਕਰੋ ਆਰਗੈਨਿਜ਼ਮਸ ਐਂਡ ਮਾਈਕਰੋ ਆਰਗੈਨਿਜ਼ਮ ਦੁਆਰਾ ਹੀ ਬਣਾਈਆਂ ਜਾਂਦੀਆਂ ਨੇ ਤੇ ਹੋਰ ਮਾਈਕਰੋ ਆਰਗੈਨਿਜ਼ਮਸ ਨੂੰ ਕਿਲ ਕਰਨ ਦੇ ਲਈ ਜਾਂ ਉਹਨਾਂ ਦੀ ਗਰੋਥ ਨੂੰ ਰੋਕਣ ਦੇ ਵਾਸਤੇ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ। ਇਹਦੀ ਐਗਜ਼ਾਮਪਲ ਕੀ ਹੈ? ਪੈਨਸਿਲਿਨ, ਸਟ੍ਰੈਪਟੋਮਾਈਸਿਨ। ਆ ਸਭ ਤੋਂ ਪਹਿਲੀ ਐਂਟੀਬਾਇਓਟਿਕ ਦਾ ਨਾਮ ਪੈਨਸਿਲਿਨ ਹੈ। ਨੈਕਸਟ ਹੈਗਾ ਐਂਟੀਸੈਪਟਿਕਸ। ਇਹ ਵੀ ਕੀ ਕਰਦੇ ਨੇ? ਕਿਲ ਕਰਦੇ ਨੇ ਮਾਈਕਰੋ ਆਰਗੈਨਿਜ਼ਮਸ ਨੂੰ ਜਾਂ ਉਹਨਾਂ ਦੀ ਗਰੋਥ ਹੈ ਜਿਹੜੀ ਉਸ ਨੂੰ ਰੋਕਦੇ ਨੇ। ਕਿੱਥੇ ਅਪਲਾਈ ਕੀਤਾ ਜਾਂਦਾ? ਕਟਸ ਦੇ ਉੱਤੇ। ਕਿਤੇ ਸਾਡੇ ਜ਼ਖਮ ਹੋ ਗਿਆ ਜਾਂ ਕਿਤੇ ਕੱਟ ਲੱਗ ਗਿਆ ਜਾਂ ਕੋਈ ਸਕਿਨ ਦੇ ਉੱਤੇ ਇਨਫੈਕਸ਼ਨ ਹੋ ਗਈ, ਇਨਫੈਕਟਡ ਸਕਿਨ ਆ, ਉਸ ਦੇ ਉੱਤੇ ਜ਼ਖਮ ਨੂੰ ਸਾਫ਼ ਕਰਨ ਦੇ ਲਈ ਇਸ ਨੂੰ ਵਰਤਿਆ ਜਾਂਦਾ। ਇਹਦੀ ਐਗਜ਼ਾਮਪਲ ਕੀ ਹੈ? ਆਇਓਡੀਨ, ਡਿਟੋਲ, ਵਿਥੀਓਨਲ। ਨੈਕਸਟ ਹੈਗਾ ਡਿਸਇਨਫੈਕਟੈਂਟਸ। ਨੋਟ ਇਹ ਵਾਲੇ ਦੇਖੋ ਹੁਣ ਇਹਨਾਂ 'ਚ ਡਿਫਰੈਂਸ ਕੀ ਹੈ? ਐਂਟੀਸੈਪਟਿਕ ਤੇ ਡਿਸਇਨਫੈਕਟੈਂਟਸ। ਐਂਟੀਸੈਪਟਿਕ ਨੇ ਜਿਹੜੇ ਇਹ ਤਾਂ ਲਿਵਿੰਗ ਟਿਸ਼ੂਜ਼ ਦੇ ਉੱਤੇ ਯੂਜ਼ ਕੀਤੇ ਜਾਂਦੇ ਨੇ ਔਰ ਨਾਨ ਲਿਵਿੰਗ 'ਤੇ ਵੀ ਯੂਜ਼ ਕੀਤਾ ਜਾ ਸਕਦਾ ਇਹਨਾਂ ਨੂੰ, ਪਰ ਮੋਸਟਲੀ ਲਿਵਿੰਗ 'ਤੇ ਇਹਨਾਂ ਨੂੰ ਯੂਜ਼ ਕੀਤਾ ਜਾਂਦਾ। ਜਿਹੜੇ ਡਿਸਇਨਫੈਕਟੈਂਟਸ ਨੇ ਇਹਨਾਂ ਨੂੰ ਲਿਵਿੰਗ 'ਤੇ ਨਹੀਂ ਯੂਜ਼ ਕਰਦੇ, ਨਾਟ ਅਪਲਾਈਡ ਔਨ ਲਿਵਿੰਗ ਟਿਸ਼ੂ, ਇਹਨਾਂ ਨੂੰ ਨਾਨ ਲਿਵਿੰਗ 'ਤੇ ਹੀ ਅਪਲਾਈ ਹੋਗਾ। ਇਹਦੀ ਐਗਜ਼ਾਮਪਲ ਕੀ ਆ? ਲਾਈਜ਼ੋਲ। ਮਤਲਬ ਨਾਮ ਤੋਂ ਤੁਹਾਨੂੰ ਯਾਦ ਆ ਗਿਆ ਹੁਣ, ਘਰਾਂ ਦੇ ਵਿੱਚ ਆਪਾਂ ਸਾਫ਼ ਸਫਾਈ ਕਰਦੇ ਹਾਂ ਜੋ ਲਾਈਜ਼ੋਲ ਦਾ ਯੂਜ਼ ਕਰਦੇ ਹਾਂ। ਫਿਨੋਲ, ਜਿਹਨੂੰ ਤੁਸੀਂ ਪੰਜਾਬੀ 'ਚ ਆਪਾਂ ਕਹਿੰਦੇ ਫਰਨੈਲ ਕਹਿ ਦਿੰਦੇ ਆਮ ਹੀ, ਵੈਸੇ ਫਰਨੈਲ ਨਹੀਂ ਹੁੰਦਾ ਬੇਟੇ, ਫਿਨੋਲ ਹੁੰਦਾ ਇਹ। ਇਸ ਨੂੰ ਆਪਾਂ ਯੂਜ਼ ਕਰਦੇ ਹਾਂਗੇ। ਇਹ ਦੋ ਐਗਜ਼ਾਮਪਲ ਹੋ ਗਏ, ਹੁਣ ਤੁਹਾਨੂੰ ਯਾਦ ਰਹਿਣਗੀਆਂ। ਆਪਾਂ ਘਰੇ ਫਰਨੈਲ ਬੋਲਦੇ ਹਾਂ ਤਾਂ ਫਿਨੋਲ ਆ, ਇਹ ਕੀ ਹੈ? ਡਿਸਇਨਫੈਕਟੈਂਟ ਹੈ। ਇੱਕ ਲਾਈਜ਼ੋਲ ਹੋ ਗਿਆ। ਹੁਣ ਇੱਕ ਕੁਐਸਚਨ ਇੱਥੇ ਇਹ ਬਣਦਾ ਕਿ ਕੋਈ ਇਸ ਤਰ੍ਹਾਂ ਦਾ ਕੋਈ ਦੱਸੋ ਜਿਹੜਾ ਕਿ ਡਿਸਇਨਫੈਕਟੈਂਟ ਦਾ ਵੀ ਕੰਮ ਕਰੇ ਔਰ ਐਂਟੀਸੈਪਟਿਕ ਦਾ ਵੀ ਕੰਮ ਕਰੇ। ਉਹ ਐਗਜ਼ਾਮਪਲ ਫਿਨੋਲ ਹੈ। ਇਹ ਕੁਐਸਚਨ ਹੈ ਇੱਕ। ਜੇਕਰ ਇਸ ਦਾ 0.2% ਸੋਲਿਊਸ਼ਨ ਆਪਾਂ ਲੈਂਦੇ ਹਾਂ ਦੈਨ ਇਟ ਐਕਟਸ ਐਜ਼ ਐਂਟੀਸੈਪਟਿਕਸ। ਜੇਕਰ ਇਸ ਦਾ 1% ਸੋਲਿਊਸ਼ਨ ਲੈਂਦੇ ਹੈਗੇ ਫਿਨੋਲ ਦਾ ਦੈਨ ਇਟ ਐਕਟਸ ਐਜ਼ ਡਿਸਇਨਫੈਕਟੈਂਟ। ਨੈਕਸਟ ਹੈ ਐਂਟੀ ਮਲੇਰੀਅਲਸ ਫਾਰ ਟ੍ਰੀਟਮੈਂਟ ਆਫ ਮਲੇਰੀਆ। ਜਿਵੇਂ ਕਿ ਨਾਮ ਤੋਂ ਸਪਸ਼ਟ ਹੀ ਹੈ, ਐਂਟੀ ਮਤਲਬ ਮਲੇਰੀਆ ਨੂੰ ਰੋਕਣ ਦੇ ਵਾਸਤੇ ਐਂਟੀ ਹੋ ਗਿਆ। ਫਾਰ ਟ੍ਰੀਟਮੈਂਟ ਆਫ ਮਲੇਰੀਆ ਕਲੋਰੋਕਨੀਨ, ਪੈਰਾਕਨੀਨ। ਐਂਟੈਸਿਡਸ ਐਸਿਡਿਟੀ ਨੂੰ ਖਤਮ ਕਰਨ ਦੇ ਵਾਸਤੇ, ਜਿਹਨੂੰ ਆਪਾਂ ਕਹਿੰਦੇ ਮੇਰੇ ਤਾਂ ਪੇਟ ਦੇ ਵਿੱਚ ਜਲਣ ਹੁੰਦੀ ਹੈਗੀ, ਠੀਕ ਹੈ, ਜਲਣ ਹੁੰਦੀ ਹੈ ਮਤਲਬ ਅੰਦਰ ਐਸਿਡ ਬਣਿਆ ਹੋਇਆ, ਸਾਡੇ ਪੇਟ ਦੇ ਵਿੱਚ ਐਸਿਡ ਬਣ ਗਿਆ, ਉਸ ਨੂੰ ਖਤਮ ਕਰਨ ਦੇ ਵਾਸਤੇ ਐਂਟੈਸਿਡਸ ਦੀ ਯੂਜ਼ ਕੀਤਾ ਜਾਂਦਾ ਟੂ ਨਿਊਟਰਲਾਈਜ਼ ਐਕਸੈਸ ਐਸਿਡ ਇਨ ਦਾ ਗੈਸਟ੍ਰਿਕ ਜੂਸਿਸ। ਇਹਦੀ ਐਗਜ਼ਾਮਪਲ ਜੈਂਟਿਕ। ਨਾਮ ਸੁਣ ਕੇ ਤੁਹਾਨੂੰ ਯਾਦ ਆ ਗਿਆ ਹੋਣਾ, ਵੈਸੇ ਘਰਾਂ ਦੇ ਵਿੱਚ ਆਮ ਹੀ ਇਹ ਦਵਾਈ ਵਰਤੀ ਲਈ ਜਾਂਦੀ ਹੈ, ਜੈਂਟਿਕ ਜਾਂ ਮੈਗਨੀਸ਼ੀਅਮ ਹਾਈਡਰੋਕਸਾਈਡ। ਨੈਕਸਟ ਹੈਗਾ ਐਂਟੀਹਿਸਟਾਮਾਈਨਸ। ਐਂਟੀਹਿਸਟਾਮਾਈਨ ਕੀ ਹੁੰਦੇ ਨੇ? ਜਦੋਂ ਕਿਸੇ ਚੀਜ਼ ਤੋਂ ਕੋਈ ਐਲਰਜੀ ਹੁੰਦੀ ਹੈਗੀ, ਜਿਵੇਂ ਕਿਸੇ ਨੂੰ ਕਣਕ ਤੋਂ ਐਲਰਜੀ ਆ, ਧੂੜ ਤੋਂ ਐਲਰਜੀ ਹੈਗੀ, ਜਾਂ ਫਲਾਵਰਸ ਦੇ ਉੱਤੇ ਜਿਹੜੇ ਛੋਟੇ ਛੋਟੇ ਪੋਲਨ ਗ੍ਰੇਨਸ ਹੁੰਦੇ ਨੇ ਉਹਨਾਂ ਤੋਂ ਐਲਰਜੀ ਹੁੰਦੀ ਹੈਗੀ। ਉਹ ਐਲਰਜੀ ਕਿਉਂ ਹੁੰਦੀ ਹੈ? ਕਿਉਂਕਿ ਉਹ ਚੀਜ਼ ਦਾ ਜਦੋਂ ਸਾਡੀ ਬਾਡੀ ਦੇ ਨਾਲ ਕੰਟੈਕਟ ਆਉਂਦਾ ਤਾਂ ਸਾਡੇ ਅੰਦਰ ਹਿਸਟਾਮਾਈਨਸ ਪ੍ਰੋਡਿਊਸ ਹੁੰਦੇ ਨੇ। ਹਿਸਟਾਮਾਈਨਸ ਨੇ ਜਿਹੜੇ ਉਹਨਾਂ ਨੂੰ ਰੋਕਣ ਦੇ ਵਾਸਤੇ ਦਵਾਈ ਕੱਢੀ ਹੈ ਐਂਟੀਹਿਸਟਾਮਾਈਨਸ। ਡਿਮਿਨਿਸ਼ ਦਾ ਮੇਨ ਐਕਸ਼ਨ ਆਫ ਹਿਸਟਾਮਾਈਨ। ਐਗਜ਼ਾਮਪਲ ਇਹਦੀ ਡਾਈਫਿਨਾਈਲ ਹਾਈਡਰਾਮਾਈਨ, ਕਲੋਰਫੈਨੀਰਾਮਾਈਨ। ਇਹ ਦੋ ਇਹਦੀਆਂ ਐਗਜ਼ਾਮਪਲਸ ਨੇ। ਨੈਕਸਟ ਹੈਗਾ ਐਂਟੀ ਫਰਟੀਲਿਟੀ ਡਰੱਗਸ। ਐਂਟੀ ਫਰਟੀਲਿਟੀ ਡਰੱਗਸ ਕਿਹੜੀਆਂ ਨੇ? ਬਰਥ ਕੰਟਰੋਲ ਲਈ ਯੂਜ਼ ਕੀਤੀਆਂ ਜਾਂਦੀਆਂ ਨੇ। ਨੋਰਥਿਨਡਰੋਨ, ਮਾਈਫਪ੍ਰਿਸਟੋਨ, ਇਹ ਇਹਦੀਆਂ ਐਗਜ਼ਾਮਪਲਸ ਨੇ ਦੋਨੇ। ਨੈਕਸਟ ਹੈਗਾ ਐਨੈਸਥੈਟਿਕਸ। ਐਨੈਸਥੈਟਿਕਸ ਕਿੱਥੇ ਯੂਜ਼ ਕੀਤੇ ਜਾਂਦੇ ਨੇ? ਸਰਜਰੀ ਦੇ ਦੌਰਾਨ, ਜਿੱਥੇ ਮਤਲਬ ਜਿਹੜੇ ਪਾਰਟ ਦੀ ਸਰਜਰੀ ਕਰਨੀ ਆ, ਕੋਈ ਆਪਰੇਸ਼ਨ ਕਰਨਾ ਆ, ਉਸ ਪਾਰਟ ਨੂੰ ਸੈਂਸਲੈਸ ਕਰਨ ਦੇ ਵਾਸਤੇ, ਤਾਂ ਕਿ ਸਾਨੂੰ ਉਹਦੀ ਪੇਨ ਨਾ ਫੀਲ ਹੋਵੇ, ਪਤਾ ਨਾ ਲੱਗੇ, ਉਸ ਦੇ ਵਾਸਤੇ ਐਨੈਸਥੈਟਿਕ ਨੂੰ ਯੂਜ਼ ਕੀਤਾ ਜਾਂਦਾ ਵਿਚ ਪ੍ਰੋਡਿਊਸ ਇਨਸੈਂਸਿਬਿਲਿਟੀ ਟੂ ਪੇਨਸ ਐਂਡ ਅਦਰ ਸੈਂਸੇਸ਼ਨਸ। ਕਲੋਰੋਫਾਰਮ ਹੋ ਗਿਆ, ਕੋਕੇਨ, ਨੋਵਾਕੇਨ। ਨੈਕਸਟ ਹੈ ਬੇਟਾ ਕੈਮੀਕਲਸ ਇਨ ਫੂਡ। ਫੂਡ ਦੇ ਵਿੱਚ ਹੁਣ ਕਿਹੜੇ ਕਿਹੜੇ ਕੈਮੀਕਲਸ ਯੂਜ਼ ਕੀਤੇ ਜਾਂਦੇ ਨੇ? ਦੇਖੋ ਆਪਾਂ ਘਰਾਂ ਦੇ ਵਿੱਚ, ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਮਦਰ ਬਣਾਉਂਦੇ ਨੇ, ਅਚਾਰ ਬਣਾਉਂਦੇ ਨੇ, ਜੈਮ ਬਣਾਉਂਦੇ ਨੇ, ਚਟਨੀ ਬਣਾਉਂਦੇ ਨੇ, ਠੀਕ ਆ, ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਜਿਨ੍ਹਾਂ ਨੂੰ ਪ੍ਰੀਜ਼ਰਵ ਕਰਦੇ ਨੇ, ਮਤਲਬ ਕਿ ਸੰਭਾਲ ਕੇ ਰੱਖਦੇ ਨੇ ਤਾਂ ਕਿ ਉਹਨਾਂ ਦੀ ਫੂਡ ਕੁਆਲਿਟੀ ਆ ਜਿਹੜੀ ਉਹ ਖਰਾਬ ਨਾ ਹੋਵੇ। ਆਮ ਤੌਰ 'ਤੇ ਤੁਹਾਨੂੰ ਪਤਾ ਵੀ ਅਚਾਰ ਵਾਸਤੇ ਨਮਕ ਦਾ ਯੂਜ਼ ਕੀਤਾ ਜਾਂਦਾ, ਜੈਮ ਜਾਂ ਜੈਲੀ ਬਣਾਉਣ ਦੇ ਵਾਸਤੇ ਜਾਂ ਚਟਨੀ ਬਣਾਉਣ ਵਾਸਤੇ ਉਹਦੇ ਵਿੱਚ ਸ਼ੂਗਰ ਦਾ ਪ੍ਰਯੋਗ ਕੀਤਾ ਜਾਂਦਾ। ਇਸ ਤੋਂ ਬਿਨਾਂ ਜਿਹੜੇ ਹੋਰ ਕੈਮੀਕਲ ਕੰਪਾਊਂਡਸ ਇਹਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਉਹ ਦੱਸਦੀ ਹਾਂ ਤੁਹਾਨੂੰ। ਪਹਿਲਾਂ ਇਹਦੀ ਡੈਫੀਨੇਸ਼ਨ ਆ, ਟੂ ਪ੍ਰੀਵੈਂਟ ਫੂਡ ਮਟੀਰੀਅਲਸ ਫਰੋਮ ਸਪੋਇਲੇਜ ਡਿਊ ਟੂ ਮਾਈਕਰੋਬੀਅਲ, ਤਾਂ ਕਿ ਮਾਈਕਰੋ ਆਰਗੈਨਿਜ਼ਮਸ ਜਿਹੜੇ ਉਹਨਾਂ ਦੀ ਗਰੋਥ ਦੇ ਨਾਲ ਜਿਹੜਾ ਆਪਾਂ ਫੂਡ ਪ੍ਰੀਜ਼ਰਵ ਕਰਨਾ ਉਹ ਖਰਾਬ ਨਾ ਹੋਵੇ,
ਉਸ ਨੂੰ ਪ੍ਰੀਵੈਂਟ ਕਰਨ ਲਈ ਜਿਹੜੇ ਆਪਾਂ ਕੈਮੀਕਲ ਕੰਪਾਊਂਡਸ ਯੂਜ਼ ਕਰਦੇ ਉਹਨਾਂ ਨੂੰ ਕਹਿੰਦੇ ਨੇ ਫੂਡ ਪ੍ਰੀਜ਼ਰਵੇਟਿਵਸ। ਇਹਦੀ ਐਗਜ਼ਾਮਪਲ ਹੈ ਸੋਡੀਅਮ ਬੈਂਜ਼ੋਏਟ, ਸੋਡੀਅਮ ਮੈਟਾਬਾਈਸਲਫਾਈਡ। ਨੈਕਸਟ ਹੈ ਐਂਟੀਆਕਸੀਡੈਂਟਸ। ਐਂਟੀਆਕਸੀਡੈਂਟਸ ਹੁਣ ਕਿੱਥੇ ਯੂਜ਼ ਕੀਤੇ ਜਾਂਦੇ ਨੇ? ਜਿਹੜੇ ਤੁਸੀਂ ਲੈ ਕੇ ਆਉਂਦੇ ਨਾ ਕੁਰਕਰਿਆਂ ਦੇ ਲਿਫਾਫੇ ਲੈ ਕੇ ਆਉਂਦੇ ਹੋ ਜਾਂ ਲੇਜ਼ ਦੇ ਪੈਕਟ ਲੈ ਕੇ ਆਉਂਦੇ ਲਿਆਉਂਦੇ ਹੋ ਨਾ, ਉਹਦੇ ਵਿੱਚੋਂ ਕਈ ਵਾਰ ਤੁਸੀਂ ਪੈਕਟ ਨੂੰ ਜੇ ਖੋਲ੍ਹਦੇ ਹੋ ਤਾਂ ਤੁਸੀਂ ਕਹਿੰਦੇ ਹੋ ਵੀ ਇਹਦੇ ਵਿੱਚੋਂ ਹੋਰ ਹੀ ਤਰ੍ਹਾਂ ਦੀ ਸਮੈਲ ਆਉਂਦੀ ਹੈ। ਉਹਦਾ ਕੀ ਕਾਰਨ ਹੋਇਆ ਕਿ ਉਹਦੇ ਵਿੱਚ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਉਹ ਆਇਲ ਦੇ ਵਿੱਚ ਬਣਾਈਆਂ ਹੋਈਆਂ, ਫੈਟ ਜਾਂ ਆਇਲ ਦੇ ਵਿੱਚ ਬਣਾਈਆਂ ਹੋਈਆਂ, ਤਾਂ ਉਸ ਦੀ ਆਕਸੀਡੇਸ਼ਨ ਹੋ ਜਾਂਦੀ ਹੈ। ਜਦੋਂ ਆਕਸੀਡੇਸ਼ਨ ਹੋ ਜਾਂਦੀ ਹੈ ਤਾਂ ਰੈਂਸਿਡ ਬਣਾ ਦਿੰਦਾ, ਜਾਣੀ ਕਿ ਕੋਈ ਜ਼ਹਿਰੀਲਾ ਪਦਾਰਥ ਬਣ ਜਾਂਦਾ। ਉਸ ਦੇ ਕਾਰਨ ਸਾਨੂੰ ਉਹਦੇ ਵਿੱਚੋਂ ਸਮੈਲ ਆਉਂਦੀ ਹੈ ਅਤੇ ਸਾਨੂੰ ਵਧੀਆ ਨਹੀਂ ਲੱਗਦਾ ਉਹ ਖਾਣ ਦੇ ਵਾਸਤੇ। ਐਂਟੀਆਕਸੀਡੈਂਟਸ ਕੀ ਨੇ? ਪ੍ਰੀਵੈਂਟ ਔਰ ਰਿਟਾਰਡ ਦਾ ਆਕਸੀਡੇਟਿਵ ਡਿਟੀਰੀਓਰੇਸ਼ਨ ਆਫ ਫੂਡ। ਆਕਸੀਡੇਸ਼ਨ ਦੇ ਕਾਰਨ ਜਿਹੜਾ ਭੋਜਨ ਖਰਾਬ ਹੋ ਗਿਆ ਉਸ ਨੂੰ ਰੋਕਣ ਦੇ ਵਾਸਤੇ ਹੈ, ਤਾਂ ਕਿ ਆਕਸੀਡੇਸ਼ਨ ਦੇ ਨਾਲ ਭੋਜਨ ਖਰਾਬ ਨਾ ਹੋਵੇ। ਇਹਦੇ ਲਈ ਕਿਹੜੇ ਯੂਜ਼ ਕੀਤੇ ਜਾਂਦੇ ਨੇ? ਬਿਊਟੀਲੇਟਡ ਹਾਈਡਰੋਕਸੀ ਟੋਲੀਨ, ਬਿਊਟੀਲੇਟਡ ਹਾਈਡਰੋਕਸੀ ਐਨੀਸੋਲ। ਸ਼ਾਰਟ ਫਾਰਮ 'ਚ ਇਹਦਾ ਨਾਮ ਆ BHT ਤੇ ਇਹਦਾ ਹੈਗਾ BHA। ਨੈਕਸਟ ਹੈ ਆਰਟੀਫਿਸ਼ੀਅਲ ਸਵੀਟਨਿੰਗ ਏਜੰਟਸ। ਆਰਟੀਫਿਸ਼ੀਅਲ ਸਵੀਟਨਿੰਗ ਏਜੰਟਸ ਉੱਥੇ ਯੂਜ਼ ਕੀਤੇ ਜਾਂਦੇ ਨੇ, ਦੇਖੋ ਜੇਕਰ ਆਪਾਂ ਸਿੰਪਲ ਸ਼ੂਗਰ ਵਗੈਰਾ ਲੈਂਦੇ ਆ ਤਾਂ ਉਹਦੇ ਨਾਲ ਤਾਂ ਸਾਡੀਆਂ ਕੈਲਰੀਜ਼ ਬਹੁਤ ਵੱਧ ਜਾਂਦੀਆਂ ਨੇ, ਠੀਕ ਹੈ ਨਾ। ਤੇ ਕੈਲਰੀਜ਼ ਆਪਾਂ ਨਹੀਂ ਵਧਾਉਣੀਆਂ ਚਾਹੁੰਦੇ, ਆਪਾਂ ਵੇਟ ਨੂੰ ਆਪਣੇ ਨੂੰ ਵਧਾਉਣਾ ਨਹੀਂ ਚਾਹੁੰਦੇ, ਤੇ ਪਰ ਅਸੀਂ ਮਿੱਠੇ ਵਾਲੀ ਕੋਈ ਚੀਜ਼ ਖਾਣਾ ਵੀ ਚਾਹੁੰਦੇ ਆਂਗੇ, ਤਾਂ ਉਹ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਹੁੰਦੀਆਂ ਨੇ ਆਰਟੀਫਿਸ਼ੀਅਲ ਸਵੀਟਨਿੰਗ ਏਜੰਟ। ਗਿਵ ਸਵੀਟਨਿੰਗ ਇਫੈਕਟ ਟੂ ਦਾ ਫੂਡ, ਤੇ ਫਲੇਵਰ ਵੀ ਉਹੀ ਦੇਣਗੇ ਪਰ ਕੈਲਰੀਜ਼ ਨਹੀਂ ਵਧਣਗੀਆਂ ਇਹਦੇ ਨਾਲ ਆਪਣੀ। ਇਹਦੀ ਐਗਜ਼ਾਮਪਲ ਹੈ ਸੈਕਰਿਨ, ਐਸਪਾਰਟੇਮ। ਇਹਦੇ ਵੀ ਇੱਕ ਕੁਐਸਚਨ ਆ ਜਾਂਦਾ ਕੋਈ ਆਰਟੀਫਿਸ਼ੀਅਲ ਸਵੀਟਨਿੰਗ ਦਾ ਨੇਮ ਦੱਸੋ। ਨੈਕਸਟ ਹੈ ਕਲੀਨਜ਼ਿੰਗ ਏਜੰਟਸ। ਕਲੀਨਜ਼ਿੰਗ ਏਜੰਟਸ ਦੇ ਵਿੱਚ ਕੀ ਆ ਗਏ? ਸੋਪ ਆ ਗਏ, ਡਿਟਰਜੈਂਟਸ ਆ ਗਏ। ਇਹਦੇ ਵਿੱਚ ਇੱਕ ਡੈਫੀਨੇਸ਼ਨ ਹੈ ਸੈਪੋਨੀਫਿਕੇਸ਼ਨ। ਸੈਪੋਨੀਫਿਕੇਸ਼ਨ ਕੀ ਹੁੰਦਾ? ਸਾਬਣ ਬਣਾਉਣ ਦੀ ਪ੍ਰਕਿਰਿਆ। Process of making soap by hydrolysis of fats and oils with alkalis is called saponification। ਹੁਣ ਇੱਕ ਐਡਵਾਂਟੇਜ ਆ ਸੋਪ ਦਾ, ਡੂ ਨਾਟ, ਇਹਦਾ ਫਾਇਦਾ ਕੀ? ਸਾਨੂੰ ਸਾਬਣ ਦਾ, ਬੇਟਾ ਡਿਟਰਜੈਂਟ ਨਹੀਂ ਹੈਗਾ ਇਹ ਸਾਬਣ। ਡੋਂਟ ਕਾਜ਼ ਐਨੀ ਪੋਲਿਊਸ਼ਨ, ਕੋਈ ਪੋਲਿਊਸ਼ਨ ਨਹੀਂ ਕਰਦਾ। ਕਿਉਂ? ਕਿਉਂਕਿ ਜਿਹੜਾ ਸਾਬਣ ਦੇ ਨਾਲ ਆਪਾਂ ਕੁਝ ਵੀ ਵਾਸ਼ ਕਰਦੇ ਆਂਗੇ, ਜੋ ਉਹਦਾ ਮਟੀਰੀਅਲ ਫਿਰ ਜਾਂਦਾ ਸੀਵਰੇਜ ਦੇ ਵਿੱਚ, ਉਹਦੀ ਆਕਸੀਡੇਸ਼ਨ ਹੋ ਜਾਂਦੀ ਆ। ਜਿਹੜੇ ਉਹਦੇ ਵਿੱਚ ਮਾਈਕਰੋ ਆਰਗੈਨਿਜ਼ਮ ਹੁੰਦੇ ਨੇ ਸੀਵਰੇਜ ਦੇ ਵਿੱਚ, ਉਹਦੇ ਨਾਲ ਆਕਸੀਡੇਸ਼ਨ ਕਰਦੇ ਨੇ, ਤੇ ਉਹ ਕੋਈ ਵੀ ਪੋਲਿਊਸ਼ਨ ਨਹੀਂ ਹੁੰਦੀ, ਸਾਰਾ ਦਾ ਸਾਰਾ ਠੀਕ, ਮਤਲਬ ਵਿਦਾਊਟ ਮੇਕਿੰਗ ਐਨੀ ਪੋਲਿਊਸ਼ਨ ਉਹਦੇ ਵਿੱਚ ਚਲੇ ਜਾਂਦੇ ਨੇ, ਪਾਣੀ ਦੇ ਵਿੱਚ ਚਲੇ ਜਾਂਦੇ ਨੇ। ਨੈਕਸਟ ਹੈਗਾ ਡਿਸਐਡਵਾਂਟੇਜ ਆਫ ਸੋਪਸ। ਸੋਪ ਦਾ ਹੁਣ ਡਿਸਐਡਵਾਂਟੇਜ ਕੀ ਆ? ਕੈਨ ਨਾਟ ਬੀ ਯੂਜ਼ਡ ਇਨ ਹਾਰਡ ਵਾਟਰ, ਭਾਰੇ ਪਾਣੀ 'ਚ ਨਹੀਂ ਵਰਤੇ ਜਾ ਸਕਦੇ। ਕੈਨ ਨਾਟ ਬੀ ਯੂਜ਼ਡ ਇਨ ਐਸਿਡਿਕ ਮੀਡੀਅਮ। ਨੈਕਸਟ ਹੈ ਸੋਪਲੈਸ ਸੋਪਸ ਔਰ ਸਿੰਥੈਟਿਕ ਡਿਟਰਜੈਂਟਸ। ਡਿਟਰਜੈਂਟਸ ਨੂੰ ਸੋਪਲੈਸ ਸੋਪਸ ਔਰ ਸਿੰਥੈਟਿਕ ਡਿਟਰਜੈਂਟਸ ਦੋ ਤਰ੍ਹਾਂ ਦੇ ਨੇ ਇਹ। ਇੱਕ ਤਾਂ ਕੀ ਹੈ, ਫਸਟ ਹੈ ਜਿਹੜਾ ਉਹ ਹੈਗਾ ਸੋਡੀਅਮ ਸਾਲਟਸ। ਕਿਹਦੇ ਸਾਲਟਸ ਨੇ? ਸੋਡੀਅਮ। ਲੌਂਗ ਚੇਨ, ਕਿਹੜੀ ਲੌਂਗ ਚੇਨ ਹੈ? ਐਲਕਾਈਲ, ਬੈਂਜੀਨ, ਸਲਫੋਨਿਕ ਐਸਿਡ। ਐਲਕਾਈਲ, ਬੈਂਜੀਨ, ਸਲਫੋਨਿਕ ਐਸਿਡ ਦੀ ਜਿਹੜੀ ਲੌਂਗ ਚੇਨ ਆ ਉਹਦਾ ਸੋਡੀਅਮ ਸਾਲਟ। ਹੁਣ ਦੇਖੋ ਇੱਥੇ ਕਿਹੜਾ ਆ? ਸੋਡੀਅਮ 4 ਡੋਡੀਸਿਲ ਬੈਂਜੀਨ ਸਲਫੋਨੇਟ। ਦੂਸਰਾ ਹੈਗਾ ਸੋਡੀਅਮ 4 2 ਡੋਡੀਸਿਲ ਬੈਂਜੀਨ ਸਲਫੋਨੇਟ। ਹੁਣ ਬੇਟੇ ਡੋਡੀਸਿਲ ਤੇ ਥੋੜੇ ਜਿਹੇ ਜਿਹੜੇ ਇਹਦੇ ਵਿੱਚ ਮਤਲਬ ਯੂਜ਼ ਹੋਏ ਨੇ ਨੇਮਸ, ਉਹਨਾਂ ਬਾਰੇ ਥੋੜ੍ਹਾ ਜਿਹਾ ਮੈਂ ਸਮਝਾਉਂਦੀ ਹਾਂ ਤੁਹਾਨੂੰ। ਡੋਡੀਸਿਲ ਦਾ ਮਤਲਬ ਕੀ ਆ? ਜਿੱਥੇ ਕਾਰਬਨ 12 ਤੇ H25, ਠੀਕ ਹੈ। ਵੈਸੇ ਤਾਂ ਆਪਾਂ CnH2n+2 ਦਾ ਫਾਰਮੂਲਾ ਵਰਤਦੇ ਹਾਂ, ਪਰ ਇਹਦੇ ਨਾਲ ਹੋਰ ਵੀ ਲੱਗੇ ਹੋਏ ਨੇ, ਇਸ ਕਰਕੇ ਆਪਾਂ ਇੱਥੇ 12 ਤੇ 2n ਹੋ ਗਿਆ 24 +1 ਹੋਇਆ ਨਾ, ਪਲੱਸ ਇੱਕ ਹੋਰ ਕੀ ਪੈ ਰਿਹਾ ਨਾਲ, ਜਿਹੜੇ ਲੱਗੇ ਨੇ ਸਲਫੋਨੇਟ ਲੱਗਿਆ, ਸੋਡੀਅਮ ਲੱਗਿਆ ਹੋਇਆ। ਇੱਧਰਲੇ ਪਾਸੇ ਸਟਾਈਲ, ਸਟਾਈਲ ਕਿਹੜਾ ਹੁੰਦਾ? C16H33, ਸਟੀਰਾਈਲ C17H35। ਇਹ ਤਾਂ ਨੇ ਕਿਉਂਕਿ ਇਹਨਾਂ ਦੇ ਨਾਲ ਕੁਝ ਹੋਰ ਲੱਗੇ ਹੋਏ ਨੇ, ਜਾਂ ਤਾਂ ਸਲਫੋਨੇਟ ਲੱਗੇ ਹੋਏ ਨੇ, ਜਾਂ ਸੋਡੀਅਮ ਲੱਗਿਆ ਹੋਇਆ, ਜਾਂ ਕਈ ਵਾਰ ਕਲੋਰਾਈਡ, ਕੋਈ ਹੋਰ ਐਗਜ਼ਾਮਪਲਸ ਨੇ ਉਹਨਾਂ 'ਚ ਕਲੋਰਾਈਡ ਲੱਗੇ ਹੋਏ ਨੇ। ਇਸ ਕਰਕੇ ਤੁਹਾਡੀ ਯਾਦ ਕਰਨ ਦੇ ਵਾਸਤੇ, ਕਿਉਂਕਿ ਬੱਚਿਆਂ ਨੂੰ ਬਹੁਤ ਪ੍ਰੋਬਲਮ ਹੈ, ਮੈਡਮ ਇਹ ਕੀ ਆ ਡੋਡੀਸਿਲ ਸਟਾਈਲ, ਇਹ ਕੀ ਚੀਜ਼ ਨੇ? ਇਹ ਦੱਸਣ ਲੌਂਗ ਚੇਨ ਆ ਬੇਟਾ ਕਾਰਬਨ ਤੇ ਹਾਈਡਰੋਜਨ ਦੀ, ਠੀਕ ਹੈ। ਉਹਦੇ ਵਿੱਚ ਕਿੰਨੇ ਕਾਰਬਨ ਨੇ? 12, ਸਟਾਈਲ ਦੇ ਵਿੱਚ 16, ਸਟੀਰਾਈਲ ਦੇ ਵਿੱਚ 17। ਇਹਦੇ ਵਿੱਚ ਲੋਰਲ, ਡਿਊਡੀਸਿਲ ਨੂੰ ਲੋਰਲ ਵੀ ਕਹਿੰਦੇ ਨੇ, ਲੋਰਲ ਵੀ ਇਹਦੇ ਵਿੱਚ ਐਗਜ਼ਾਮਪਲ ਆਉਂਦੀ ਹੈ। ਸੋਡੀਅਮ, ਇੱਥੇ ਦੇਖੋ ਸੋਡੀਅਮ ਲੋਰਲ ਸਲਫੇਟ। ਨੈਕਸਟ ਹੈਗਾ ਕਲਾਸੀਫਿਕੇਸ਼ਨ ਆਫ ਡਿਟਰਜੈਂਟਸ। ਕਲਾਸੀਫਿਕੇਸ਼ਨ ਡਿਟਰਜੈਂਟਸ ਦੀ ਕੀ ਹੈ? ਤਿੰਨ ਤਰ੍ਹਾਂ ਦੇ ਨੇ, ਐਨਾਇਨਿਕ,
कैटाइनिक ते नॉन आयनिक। एनायनिक मतलब नैगेटिव चार्ज। एनायनिक हाइड्रोफिलिक, फिलिक का मतलब वाटर लविंग, फोबिक हुंदा है जिहड़ा हेट करदा। एनायनिक हाइड्रोफिलिक ग्रुप इनवॉल्वड इन क्लीनजिंग एक्शन, साफ करन दी एक्शन दे विच हाइड्रोफिलिक जिहड़ा पार्ट आ वो एनायनिक आ। जिवें कि इत्थे एग्जांपल आ सोडियम लॉरल सल्फेट, मैं सर्कल पा के बेटे इहदे ते नैगेटिव चार्ज पाए, इहदे ते नैगेटिव आएगा, इहदे ते पॉजिटिव सोडियम दे उत्ते। आपां एनायनिक पार्ट यानी कि लॉरल सल्फेट आ जिहड़ा इह क्लीनजिंग एक्शन करेगा। नैक्सट है कैटाइनिक, कैटाइनिक पार्ट है जिहड़ा वो क्लीनजिंग एक्शन करता। जिवें कि इत्थे मैं लिखिआ ट्राईमिथाइल स्टेराइल अमोनीयम, मैनूं लगदा भी हुण तुहानूं नाम बहुत आसानी नाल समझ आ जाणगे, लॉरल की आ, स्टेराइल की आ। ट्राईमिथाइल स्टेराइल अमोनीयम क्लोराइड, क्लोराइड ते नैगेटिव चार्ज और इहदे ते पॉजिटिव चार्ज, ते पॉजिटिव चार्ज कैटाइनिक आ जिहड़ा है क्लीनजिंग एक्शन करेगा। नैक्सट है नॉन आयनिक, डू नॉट कंटेन एनी आयन, ये कोई इस तरह के आयन प्रोड्यूस नहीं होंगे। पॉली एथिलीन ग्लाइकोस्टीरेट ये एक एग्जाम्पल आ। हुण आपां इहदे नाल रिलेटेड क्वेश्चन करांगे। क्वेश्चन तुहानूं देखिओ बहुत जल्दी समझ आउणगे। केमिस्ट्री इन एवरीडे लाइफ, फर्स्ट क्वेश्चन आ विच टाइप ऑफ ड्रग इज क्लोरोक्नीन, देखो हुणे करके हटे आपां, एंटी मलेरियल, ठीक है ना। नैक्सट है वट आर ट्रैंक्यूलाइजर्स, गिव वन एग्जाम्पल, मैंटल स्ट्रैस मैंटल डिजीज़ के लिए एग्जाम्पल भी तुहानूं दसती मैं। डिफाइन एंटीबायोटिक्स किहड़े हुंदे ने, द कैमिकल सबसटेंसिस विच आर प्रोड्यूस्ड बाय माइक्रो ऑर्गेनिजम्स एंड कैन इनहिबिट द ग्रोथ। नैक्सट क्वेश्चन आ नेम द मेडिसन दैट रिड्यूसिस फीवर, कर लिया भी आपां। वट आर फूड प्रिजर्वेटिव्स की हुंदे ने, गिव टू एग्जाम्पल्स इहदियां, सोडियम बेंजोएट ते मेटाबाइसल्फाइट, ये भी कर लिया आपां। नैक्सट वाई इज बायोथियोनल एडेड टू सोप्स, हाँ ये करो क्वेश्चन आपां। वट इज बायोथियोनल, एक ही है एक एंटीसैप्टिक आ, इस नूं आपां साबन दे विच यूज करते हैं टू रिड्यूस द ऑर्डर प्रोड्यूस्ड बाय बैक्टीरियल डीकंपोजिशन ऑफ ऑर्गैनिक मैटर। बैक्टीरियल डीकंपोजिशन है जिहड़ा ऑर्गैनिक मैटर ਉਹਦੀ ਸਮੈਲ ਨੂੰ खत्म करने ਦੇ वास्ते इस एंटीसैप्टिक के तौर पर इत्थे यूज किया जाता ते एंड ऑफ ऑर्गैनिक मैटर ऑन द स्किन। नैक्सट है गिव द स्ट्रक्चर फार्मूला ऑफ एस्पिरिन, एस्पिरिन का ये तो आप कर चुके हैं, पिछे हम तुहानूं मैं लैसन करवाता अल्कोहल फिनॉल वाला, उस आप एस्पिरिन बनाया भी सी बेटे और तुहानूं चंगी तरह याद आ, मैनूं विश्वास है तुहाडे ते। नैक्सट है नेम द माइक्रो मॉलिक्यूल्स विच आर चूजन एज ड्रग टारगेट्स, ड्रग टारगेट्स के तौर पर किहड़े मैक्रो मॉलिक्यूल्स यूज किए जाते हैं ਜਿਹੜੇ कि अंदर जाके साडी बॉडी के अंदर एक्शन करते हैं, कार्बोहाइड्रेट्स प्रोटीन्स लिपिड्स एंड न्यूक्लिक एसिड्स। वन एग्जाम्पल ऑफ एंटासिड ये भी कर लिया आपां, इत्थे होर दित्तियां ने मैं ओमीप्राजोल लैंसोप्राजोल। नैक्सट है नेम ए सबसटेंस विच कैन बी यूज्ड एज एन एंटीसैप्टिक एज वेल एज डिसइनफेक्टेंट, तुहानूं मैं दस्सिया सी फिनॉल, ठीक है ना। दैन वट इज टिंक्चर ऑफ आयोडीन, टिंक्चर ऑफ आयोडीन की हुंदा, आयोडीन इज एन एंटीसैप्टिक, इट इज़ 2 to 3% एलीमेंटल आयोडीन की डिजोल्व की जाती है, मिक्सचर ऑफ इथेनोल एंड वाटर, इथेनोल तो पानी के घोलिया जाता है। वन एग्जाम्पल एक सोप की तो डिटर्जेंट की देनी है, ये भी हो चुकी अपन। फिर करना अपन डिस्टिंग्विश बिटवीन ड्रग्स एंड मैडिसिनस, ड्रग्स तो मैडिसिनस के विच अपन डिफरेंस करना। ड्रग की है इज ए कैमिकल कंपाउंड विच इज़ इंटेंडेड टू ब्रिंग चेंज इन नॉर्मल फंक्शनस ऑफ बॉडी, साडी बॉडी के नॉर्मल जोड़े फंक्शन चलते हैं वो चेंज लिया दिंदा। जिवें आपां मैं तुहानूं पहलां दस्सिया सी मॉर्फिन लैण दे नाल ते जां हेरोइन लैण दे नाल स्लीप हो जाता, अनकॉन्शियसनैस हो जाती है, मैंटल कन्फ्यूजन होनी शुरू हो जाती है। ये विच की है मेडिसन इज़ ए सबसटेंस यूज्ड इन ट्रीटिंग, ये डिजीज़ नूं ट्रीट करने के लिए यूज़ की जाती है। जिहड़ा ड्रग है यदा पॉजिटिव इफैक्ट भी हो सकता है, नैगेटिव भी हो सकता है, यदा हमेशा पॉजिटिव ही होएगा। हुण एक मैं लाइन लिखी है, ये क्वेश्चन ही है एक्चुअली, ऑल मेडिसिनस आर ड्रग्स बट ऑल ड्रग्स आर नॉट मेडिसिनस, ये ते भी आपां डिस्कशन करते हैं। हुण ऑल मेडिसिनस आर ड्रग्स बट ऑल ड्रग्स आर नॉट मेडिसिनस। ड्रग की है, ड्रग इज़ अ सबसटेंस यूज्ड फॉर द परपज़ ऑफ डायग्नोसिस, आपां बीमारी बारे पता करना, उन्हों प्रिवेंट करना, उहदे तो रिलीफ लैनी ते उन्हों क्योर करना। वैन द ड्रग हैज़ यूजफुल एक्शन एज इन द डायग्नोसिस, जेकर वह पॉजिटिव एक्शन हो रहा है डायग्नोस करने लई, प्रिवेंट करने लई, ट्रीटमेंट करने लई, क्योर करने दे लई, इट इज़ कॉल्ड मेडिसिन एंड इट इज़ टेकन फॉर ए शॉर्ट टाइम पीरियड एंड रीस्टोर द कंट्रोल
ਤੁਹਾਡੀ ਬੋਡੀ ਦਾ ਜਿਹੜਾ ਕੰਟਰੋਲ ਆ ਬੈਕ ਵਾਪਸ ਆ ਜਾਂਦਾ ਹੈ। ਉਸ ਤੋਂ ਬਾਅਦ ਆਪਾਂ ਦਵਾਈ ਨੂੰ ਉਸ ਨੂੰ ਬੰਦ ਕਰ ਦਿੰਦੇ ਹਾਂ। when the drug has harmful effect on the body and it take away control of your body ਦਾ ਕੰਟਰੋਲ ਹੀ ਉਹ ਖਤਮ ਕਰ ਦਿੰਦਾ, and mind ਦਾ ਵੀ from you, ਤੁਹਾਡਾ ਕੰਟਰੋਲ ਨਹੀਂ ਰਹਿੰਦਾ ਬੋਡੀ ਤੇ ਔਰ ਮਾਈਂਡ ਤੇ, and it is taken long life period, ਬਹੁਤ ਲੰਬੇ ਸਮੇਂ ਤੱਕ ਲੈਂਦੇ ਰਹਿੰਦੇ ਆ, and body becomes dependent on the drug, it is called drug. ਇਟ ਇਜ਼ ਆਲਸੋ ਟੇਕਨ ਟੂ ਕਿਉਰ ਸਰਟਨ, ਕੁਛ ਡਿਜ਼ੀਜ਼ਸ ਵੀ ਹੁੰਦੀਆਂ ਨੇ ਜਿਹੜੀਆਂ ਡਿਜ਼ੀਜ਼ਸ ਦੇ ਲਈ ਸਾਨੂੰ ਲਗਾਤਾਰ ਉਹ ਦਵਾਈਆਂ ਲੈਣੀਆਂ ਹੀ ਪੈਂਦੀਆਂ ਨੇ, ਉਹ ਵੀ ਫਿਰ ਡਰੱਗ ਦੇ ਤੌਰ 'ਤੇ ਹੀ ਮੰਨੀਆਂ ਜਾਂਦੀਆਂ ਨੇ। ਸੋ ਆਲ ਮੈਡੀਸਨਸ ਆਰ ਡਰੱਗਸ ਬਟ ਆਲ ਡਰੱਗਸ ਆਰ ਨਾਟ ਮੈਡੀਸਨਸ। ਵਾਟ ਆਰ ਐਨਲਜੈਸਿਕਸ? ਗਿਵ ਵਨ ਐਗਜ਼ਾਮਪਲ। Analgesics, the chemical substances which are used to reduce or relieve pains, ਆਪਾਂ ਸ਼ੁਰੂ ਚ ਕਰ ਹਟੇ ਹਾਂ, without causing impairment of consciousness, mental confusion, in coordination, ਕੋਈ ਮੈਂਟਲ ਕਨਫਿਊਜ਼ਨ ਨਹੀਂ ਹੋਏਗੀ, ਕੌਨਸ਼ੀਅਸਨੈਸ ਖਤਮ ਨਹੀਂ ਹੋਏਗੀ ਸਾਡੀ, ਤੇ ਕੋਈ ਡਿਸਟਰਬੈਂਸ ਨਹੀਂ ਹੋਏਗੀ ਨਰਵਸ ਸਿਸਟਮ ਦੇ ਵਿੱਚ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਐਨਲਜੈਸਿਕਸ। ਵਾਟ ਆਰ ਡਿਸਇਨਫੈਕਟੈਂਟਸ? ਇਹ ਵੀ ਕਰ ਲਿਆ ਹੁਣੇ ਆਪਾਂ। ਕੈਮੀਕਲ ਸਬਸਟੈਂਸ ਜਿਹੜੇ ਨॉन ਲਿਵਿੰਗ ਦੇ ਉੱਤੇ ਯੂਜ਼ ਕੀਤੇ ਜਾਂਦੇ ਨੇ, ਦੇ ਕੈਨ ਨਾਟ ਬੀ ਅਪਲਾਈਡ ਔਨ ਲਿਵਿੰਗ ਦੇ ਉੱਤੇ ਨਹੀਂ ਹੋਣਗੇ, ਨॉन ਲਿਵਿੰਗ ਤੇ ਹੋਣਗੇ ਅਪਲਾਈ। ਲਾਈਜ਼ੋਲ, ਥਾਈਮੋਲ। ਨੇਮ ਐਨ ਅਨਾਇਨਿਕ ਡਿਟਰਜੈਂਟ, ਇੱਕ ਅਨਾਇਨਿਕ ਡਿਟਰਜੈਂਟ, ਇਹ ਆਪਾਂ ਹੁਣੇ ਕਰਕੇ ਹਟਿਆਂਗੇ। ਬੇਟੇ ਤੁਹਾਡੇ ਇਹ ਸਾਰੇ ਇੰਪੋਰਟੈਂਟ ਕੁਐਸਚਨਸ ਨੇ ਜਿਹੜੇ ਉਹ ਮੈਂ ਤੁਹਾਨੂੰ ਦੱਸ ਦਿੱਤੇ ਨੇ, ਸਾਰੇ ਨੋਟਸ ਬਣ ਚੁੱਕੇ ਨੇ, ਤੇ ਉਮੀਦ ਆ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਏਗਾ ਸਾਰਾ ਕੁਝ। ਜੇਕਰ ਫਿਰ ਵੀ ਕੋਈ ਪ੍ਰੋਬਲਮ ਆ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋਗੇ, ਕਮੈਂਟ ਬਾਕਸ ਦੇ ਵਿੱਚ ਪੁੱਛੋ, ਤੇ ਜੇਕਰ ਸਮਝ ਆ ਗਿਆ ਦੈਨ ਗਿਵ ਗੁੱਡ ਕਮੈਂਟਸ। ਨੈਕਸਟ ਆਪਾਂ ਫਿਰ ਅਗਲਾ ਲੈਸਨ ਕਰਾਂਗੇ। ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰੋ ਤੇ ਪੇਪਰ ਦੇ ਵਿੱਚ ਵਧੀਆ ਨੰਬਰ ਲਓ। ਬੈਸਟ ਆਫ ਲੱਕ।